है। पर आम आदमी पार्टी की सरकार ने भी पूरी कोशिश कर रखी है इन्हां नूं बचाउण दी। हुण इहदे विच जिहड़ा मेन रोल है ਉਹ ਜਿਹੜਾ ਡੇਰੇ ਚੀਫ ਤੇ ਉਹਨਾਂ ਦੇ ਫਾਲੋਅਰਸ ਦਾ ਹੀ ਹੈ। ਡੇਰਾ ਸਿਰਸਾ ਵੱਲੋਂ ਆਖਰ ਇਹ ਕਿਉਂ ਕੀਤਾ ਗਿਆ? ਮੇਰੇ ਓਪੀਨੀਅਨ ਦੇ ਵਿੱਚ ਐਜ਼ ਅ ਲਾਇਰ ਅਜੇ ਮੰਜ਼ਿਲ ਬਹੁਤ ਦੂਰ ਹੈ। ਹਾਲਾਂਕਿ ਵੱਡੇ ਵੱਡੇ ਅਫਸਰ ਸੁਮੇਸ਼ ਸੈਣੀ, ਪਰਮਰਾਜ ਉਮਰਾ ਨੰਗਲ, ਵੱਡੇ ਵੱਡੇ ਅਫਸਰਾਂ ਦੇ ਨਾਂ ਇਸ ਰਿਪੋਰਟ ਦੇ ਵਿੱਚ ਤਾਂ ਕहीं ਕਿਤੇ ਨਹੀਂ ਦਿਖਾਈ ਦੇ ਰਹੇ, ਪਰੰਤੂ ਉਹਨਾਂ ਤੇ ਇਲਜ਼ਾਮ ਲੱਗਦੇ ਉਹ ਸਾਰੇ ਗੋਲੀकांड ਦੇ ਵਿੱਚ ਅਕਿਊਜ਼ਡ ਹੈ। ਸਤਿ ਸ਼੍ਰੀ ਅਕਾਲ, ਪੰਜਾਬ ਟੁਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਬੇਅਦਬੀ ਕਾਂਡ 2015 ਦੇ ਵਿੱਚ ਪੰਜਾਬ ਦੇ ਵਿੱਚ ਵਾਪਰਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਸਰਕਾਰ ਹੁੰਦੀ ਹੈ। ਉਸ ਸਰਕਾਰ ਦੇ ਵਿੱਚ ਇਸ ਕਾਂਡ ਤੋਂ ਬਾਅਦ ਪੰਜਾਬ ਦਾ ਮਾਹੌਲ ਇੱਕ ਤਰਫਾ ਹੋ ਜਾਂਦਾ। ਜਿਨ੍ਹਾਂ ਵੱਲੋਂ ਬੇਅਦਬੀ ਕੀਤੀ ਗਈ ਜਾਂ ਜਿਨ੍ਹਾਂ ਵੱਲੋਂ ਕਰਾਈ ਗਈ ਜਾਂ ਜਿਨ੍ਹਾਂ ਦੇ ਉੱਤੇ ਸ਼ੱਕ ਸ਼ਮਤਾ ਸੀ, ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਤੋਂ ਲਾਂਭੇ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ, ਪਰੰਤੂ ਉਦੋਂ ਵੀ ਬੇਅਦਬੀ ਦਾ ਇਨਸਾਫ ਕਿਤੇ ਨਹੀਂ ਮਿਲਦਾ। ਉਸ ਤੋਂ ਬਾਅਦ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ SPS ਪਰਮਾਰ ਵੱਲੋਂ ਇੱਕ ਰਿਪੋਰਟ ਸੌਂਪੀ ਜਾਂਦੀ ਹੈ। ਇਸ ਤੋਂ ਪਹਿਲਾਂ ਜਸਟਿਸ ਜੋਰਾ ਸਿੰਘ ਦੀ ਇੱਕ ਰਿਪੋਰਟ ਆਉਂਦੀ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਰਿਪੋਰਟ ਆਉਂਦੀ ਹੈ, ਪਰੰਤੂ ਕਿਸੇ ਤੇ ਵੀ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਹੁੰਦਾ। ਹੁਣ ਇਸ ਮਾਮਲੇ ਦੇ ਵਿੱਚ ਅਸਲ ਹੋਣ ਕੀ ਜਾ ਰਿਹਾ, ਇਸ ਰਿਪੋਰਟ ਦੇ ਵਿੱਚ ਹੈ ਕੀ, ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡਵੋਕੇਟ ਪ੍ਰਦੀਪ ਵਿਰਕ ਨੇ, ਜੋ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ, ਜਿਨ੍ਹਾਂ ਦੇ ਵੱਲੋਂ ਲੰਬੇ ਅਰਸੇ ਤੋਂ ਵਕਾਲਤ ਲਾਈਨ ਦੇ ਵਿੱਚ ਵੀ ਜਾਂ ਸਮਾਜਿਕ ਲਾਈਨ ਦੇ ਵਿੱਚ ਵੀ ਕਾਫੀ ਜ਼ਿਆਦਾ ਭੂਮਿਕਾ ਨਿਭਾਈ ਜਾ ਰਹੀ ਹੈ। ਪਹਿਲਾਂ ਉਹਨਾਂ ਦੇ ਨਾਲ ਜਾਣਾਂਗੇ ਕਿ ਆਖਰ ਇਹ ਰਿਪੋਰਟ ਹੈ ਕੀ। ਪ੍ਰਦੀਪ ਵਿਰਕ ਜੀ, ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਟੁਡੇ ਤੇ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰਦੀਪ ਵਿਰਕ ਜੀ, ਹੁਣ ਜਿਹੜੀ ਇੱਕ ਰਿਪੋਰਟ ਆਈ ਹੈ SPS ਪਰਮਾਰ ਦੇ ਵੱਲੋਂ ਰਿਪੋਰਟ ਦਿੱਤੀ ਗਈ ਹੈ, 467 ਪੰਨਿਆਂ ਦੀ ਰਿਪੋਰਟ ਹੈ। ਇਸ ਤੋਂ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਜਾਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ। ਇਸ ਰਿਪੋਰਟ ਦੇ ਵਿੱਚ ਹੈ ਕੀ? ਆਖਰ ਇਹ ਰਿਪੋਰਟ ਉਹਨਾਂ ਤੋਂ ਵੱਖ ਹੈ ਕੀ ਹੈ? ਇਸ ਰਿਪੋਰਟ ਦਾ ਮੇਨਾ ਕੀ ਹੈ? ਇਹ ਰਿਪੋਰਟ ਕਿਹਨਾਂ ਨੂੰ ਦੋਸ਼ੀ ਮੰਨਦੀ ਹੈ? ਇਸ ਬਾਬਤ ਤੁਹਾਡਾ ਕੀ ਕਹਿਣਾ ਹੈ? ਪਹਿਲਾਂ ਥੋੜ੍ਹੇ ਜਿਹੇ ਮੈਂ ਫੈਕਟਸ ਕਲੀਅਰ ਕਰਦਾ। ਇਸ ਕੇਸ ਦੇ ਵਿੱਚ ਜਿਹੜਾ ਅਕਤੂਬਰ 2015 ਦੇ ਅਸੀਂ ਇਨਸੀਡੈਂਟ ਦੀ ਗੱਲ ਕਰਦੇ ਹਾਂ, ਉਸ ਤੋਂ ਥੋੜ੍ਹਾ ਜਿਹਾ ਪਹਿਲਾਂ ਬੇਅਦਬੀ ਦਾ ਇਨਸੀਡੈਂਟ ਸੀ ਜਿਹੜਾ ਕਈ ਮਹੀਨੇ ਚੱਲਿਆ 2015 ਦੇ ਵਿੱਚ ਅਕਾਲੀ ਸਰਕਾਰ ਵੇਲੇ। ਉਹ ਬੇਅਦਬੀ ਦੇ ਵਿੱਚ ਜਦੋਂ ਇਨਸਾਫ ਮੰਗਦੇ ਲੋਕ ਸਰਕਾਰ ਦੀ ਫੇਲੀਅਰ ਦੇ ਉੱਤੇ ਉਂਗਲ ਚੁੱਕ ਰਹੇ ਸੀ, ਕੁਐਸਚਨ ਕਰ ਰਹੇ ਸੀ, ਉਦੋਂ ਗੋਲੀकांड ਹੋਇਆ। ਸੋ ਬਹੁਤ ਸਾਰੇ ਦਰਸ਼ਕ ਇਹਨਾਂ ਚੀਜ਼ਾਂ ਨੂੰ ਸ਼ਾਇਦ ਕਨਫਿਊਜ਼ ਕਰ ਰਹੇ ਆ ਕਿਤੇ ਨਾ ਕਿਤੇ, ਜੋ ਮੈਂ ਸ਼ੁਰੂ 'ਚ ਹੀ ਦੱਸਣਾ ਚਾਹੁੰਦਾ। ਇਹਦੇ ਵਿੱਚ ਦੋ ਅੱਡ ਇਨਸੀਡੈਂਟਸ ਨੇ। ਸੈਕੰਡ ਇਨਸੀਡੈਂਟ ਦੀਆਂ ਅੱਗੇ ਸਬ ਕੈਟੇਗਰੀਜ਼ ਨੇ। ਪਹਿਲਾ ਹੈ ਜਿਹੜਾ ਬੇਅਦਬੀ ਵਾਲਾ ਇਨਸੀਡੈਂਟ ਹੈ ਜਿਹਦੀ ਪਰਮਾਰ ਸਾਹਿਬ ਨੇ ਕੀਤੀ ਹੈ ਤਫਤੀਸ਼। ਦੂਜਾ ਇਨਸੀਡੈਂਟ ਹੈਗਾ ਗੋਲੀकांड ਦਾ, ਜਿਹਦੇ ਵਿੱਚ ਕੋਟ ਕਪੂਰਾ ਤੇ ਬਹਿਬਲ ਕਲਾਂ ਦਾ ਹੈ। ਸੋ ਕੋਟ ਕਪੂਰਾ ਦੀ ਟੀਮ ਹੈ ਉਹ LK ਯਾਦਵ ਜੀ ਨੇ ਹੈਡ ਕੀਤੀ ਹੈ ਜਾਂ ਕਰ ਰਹੇ ਨੇ, ਐਂਡ ਜਿਹੜੀ ਬਹਿਬਲ ਕਲਾਂ ਵਾਲੀ ਉਹ ਮਿਸਟਰ ਨੌਨਿਹਾਲ ਕਰ ਰਹੇ ਹੈ। ਸੋ ਹੁਣ ਜਿਹੜੀ ਆ ਰਿਪੋਰਟ ਦੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਜਿਹੜੀ ਹੁਣ ਤਫਤੀਸ਼ ਹੋਈ ਹੈ, ਤਫਤੀਸ਼ ਮੁਕੰਮਲ ਕੀਤੀ ਗਈ ਹੈ। ਜੇ 467 ਪੇਜਸ ਦੀ ਰਿਪੋਰਟ ਜਿਹੜੀ CM ਨੇ ਮੇਰੇ ਕੋਲ ਉਹਦੀ ਜਿਹੜੀ ਜੇ ਤੁਸੀਂ ਕਾਪੀ ਦੇਖੋਗੇ ਉਸ ਰਿਪੋਰਟ ਦੀ, ਉਹਦੇ ਸੈਕੰਡ ਲਾਸਟ ਪੇਜ ਤੇ 12 ਅਪ੍ਰੈਲ ਮੇਰੇ ਖਿਆਲ ਡੇਟ ਹੈ, 12 ਅਪ੍ਰੈਲ 2022 ਨੂੰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਔਰ ਤਕਰੀਬਨ ਮਹੀਨਾ ਹੋ ਗਿਆ ਸੀ ਇਹਨਾਂ ਨੂੰ, ਉਸ ਵੇਲੇ ਦੀ ਚਿੱਠੀ ਹੈ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਸਾਡੀ ਤਫਤੀਸ਼ ਮੁਕੰਮਲ ਹੋ ਗਈ, ਪੂਰੀ ਹੋ ਗਈ ਜੀ। ਉਸ ਤੋਂ ਬਾਅਦ ਇਹ ਲੈਟਰ IG ਤੋਂ AD ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਵੀ ਭੇਜੀ ਗਈ ਹੈ। ਔਰ ਜਦੋਂ ਇੱਕ ਵਾਰੀ ਇਨਵੈਸਟੀਗੇਸ਼ਨ ਪੂਰੀ ਹੋ ਗਈ, ਸੋ ਇਹਦਾ ਮਤਲਬ ਜਿਹੜੇ ਲੋਕਾਂ ਨੂੰ ਉਹਨਾਂ ਨੇ ਅਕਿਊਜ਼ਡ ਬਣਾਤਾ, ਇਸ ਤੋਂ ਇਲਾਵਾ ਕੋਈ ਹੋਰ ਅਕਿਊਜ਼ਡ ਹੈ ਨਹੀਂ ਜੀ। ਹੁਣ ਇਹਦੇ ਵਿੱਚ ਜਿਹੜਾ ਮੇਨ ਰੋਲ ਹੈ ਉਹ ਜਿਹੜਾ ਡੇਰੇ ਚੀਫ ਤੇ ਉਹਨਾਂ ਦੇ ਫਾਲੋਅਰਸ ਦਾ ਹੀ ਹੈ, ਜੋ SPS ਪਰਮਾਰ ਸਾਹਿਬ ਦੀ ਰਿਪੋਰਟ ਦੇ ਹਿਸਾਬ ਨਾਲ ਹੈ। ਮਤਲਬ ਮੈਂ ਸਿਰਫ ਉਸ ਰਿਪੋਰਟ ਦੀ ਗੱਲ ਕਰ ਰਿਹਾ ਜੀ। ਹਾਲਾਂਕਿ ਜੇ ਅਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲਈਏ, ਉਸ ਰਿਪੋਰਟ ਦੇ ਵਿੱਚ ਬਹੁਤ ਹੀ ਇਹਨੂੰ ਇੱਕ ਸੀਰੀਅਸ ਐਂਗਲ ਦਿੱਤਾ ਗਿਆ ਸੀ। ਉਹਦੇ ਵਿੱਚ ਇਹ ਵੀ ਲਿਆ ਗਿਆ ਸੀ ਕਿ ਕਿਸ ਤਰ੍ਹਾਂ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਲੈਪਸਿਸ ਸੀਗੇ, ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਸਹੀ ਤਫਤੀਸ਼ ਨਹੀਂ ਕੀਤੀ ਜੀ, ਜਿਸ ਕਰਕੇ ਲੋਕ ਧਰਨਿਆਂ ਤੇ ਬੈਠੇ ਔਰ ਅਲਟੀਮੇਟਲੀ ਫਾਇਰਿੰਗ ਹੋਈ। ਸੋ ਉਹ ਐਸਪੈਕਟ ਕਿਤੇ ਵੀ ਇਹਦੇ ਵਿੱਚ ਨਹੀਂ ਹੈ। ਹਾਂ, ਇਹਦੇ ਵਿੱਚ CBI ਨੂੰ ਬਲੇਮ ਜ਼ਰੂਰ ਕੀਤਾ ਗਿਆ, ਜੋ ਮੈਂ ਫੀਲ ਕਰਦਾ ਬੜਾ ਅਨਨੈਸੈਸਰੀ ਸੀ। ਫॉर द ਰੀਜ਼ਨ ਤੁਸੀਂ ਆਪਣੇ ਆਫਿਸਰਸ ਦੀ ਗਲਤੀ ਕੱਢੋ ਜਿਨ੍ਹਾਂ ਨੇ 2015 ਤੋਂ ਲੈ ਕੇ ਜਦੋਂ ਤੱਕ 2-3 ਸਾਲਾਂ ਤੱਕ ਕੇਸ CBI ਤੱਕ ਟ੍ਰਾਂਸਫਰ ਨਹੀਂ ਹੋਇਆ, ਉਹਨਾਂ ਆਫਿਸਰਸ ਨੇ ਇਨਸ਼ੋਰ ਕੀਤਾ ਕਿ ਇਨਵੈਸਟੀਗੇਸ਼ਨ ਨਾ ਹੋਵੇ, ਐਵੀਡੈਂਸ ਡਿਸਟਰੋਏ ਹੋ ਜਾਏ ਜਾਂ ਐਵੀਡੈਂਸ ਅਵੇਲੇਬਲ ਹੀ ਨਾ ਹੋਵੇ। ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਹੈ, ਉਹਨਾਂ 'ਚੋਂ ਕਿਸੇ ਆਫਿਸਰ ਦਾ ਨਾਂ ਹੀ ਨਹੀਂ ਮੈਂਸ਼ਨ ਕੀਤਾ ਗਿਆ। ਇਸ ਰਿਪੋਰਟ ਦੇ ਵਿੱਚ 12ਵੇਂ ਪੇਜ ਤੇ ਅਕਿਊਜ਼ਡ ਬੰਦਿਆਂ ਦੀ ਲਿਸਟ ਹੈ, ਜਿਹਦੇ ਵਿੱਚ
ਸਿਰਫ ਡੇਰਾ ਚੀਫ ਔਰ ਉਹਨਾਂ ਦੇ ਫੋਲੋਅਰਸ ਨੇ। ਫੋਲੋਅਰਸ ਵੀ ਥੋੜੇ ਸੀਨੀਅਰ ਵੀ ਤੇ ਨਾਰਮਲ ਵੀ। ਤੁਸੀਂ ਕਹਿ ਰਹੇ ਹੋ ਕਿ ਡੇਰਾ ਚੀਫ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ, ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ, ਉਹ ਇਸ ਦੇ ਰਿਪੋਰਟ ਦੇ ਵਿੱਚ ਕਿਤੇ ਨਾ ਕਿਤੇ ਦੋਸ਼ੀ ਬਣਾਏ ਗਏ ਨੇ। ਪਰੰਤੂ ਸਵਾਲ ਇਹ ਖੜਾ ਹੁੰਦਾ ਹੈ ਕਿ ਡੇਰਾ ਸਿਰਸਾ ਵੱਲੋਂ ਆਖਰ ਇਹ ਕਿਉਂ ਕੀਤਾ ਗਿਆ? ਇਸ ਦੇ ਜੇ ਪਿੱਛੇ ਦੀ ਥੋੜੀ ਨਿਗਾਹ ਮਾਰੀ ਜਾਵੇ, ਇੱਕ ਫਿਲਮ ਦੀ ਚਰਚਾ ਜ਼ਰੂਰ ਚੱਲਦੀ ਸੀ, ਪਰੰਤੂ ਇਸ ਤੋਂ ਇਲਾਵਾ ਹੋਰ ਕੁਝ ਹੈ ਕਿ ਇਸ ਰਿਪੋਰਟ ਦੇ ਵਿੱਚ ਕੀ ਕੁਝ ਸਾਂਝਾ ਕੀਤਾ ਗਿਆ ਹੈ ਕਿ ਉਹਨਾਂ ਨੇ ਜੇਕਰ ਦੋਸ਼ ਕੀਤਾ ਹੈ ਤਾਂ ਕਿਸ ਤਹਿਤ ਕੀਤਾ ਹੈ? ਦੋਸ਼ ਉਹਨਾਂ ਨੇ MSG2 ਫਿਲਮ ਦੇ ਬੇਸ ਤੇ ਹੀ ਕੀਤਾ ਹੈ ਕਿ ਬੇਸਿਕਲੀ MSG2 ਫਿਲਮ ਬਣੀ ਸੀ, ਜਿਹਨੂੰ ਰਿਲੀਜ਼ ਨੂੰ ਲੈ ਕੇ ਮਤਲਬ ਉਹਨੂੰ ਫਿਲਮ ਨੂੰ ਬੈਨ ਕੀਤਾ ਗਿਆ। ਸੋ ਉਸ ਬੈਨ ਨੂੰ ਲੈ ਕੇ ਜਿਹੜਾ ਆਪੋਜੀਸ਼ਨ ਹੋਇਆ ਜੀ, ਉਹ ਡੇਰਾ ਸਮਰਥਕਾਂ ਨੇ ਜਿਹੜਾ ਆਪੋਜੀਸ਼ਨ ਕੀਤੀ, ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬੈਨ ਰਿਮੂਵ ਹੋਵੇ, ਉਹ ਮੂਵੀ ਰਿਲੀਜ਼ ਹੋਵੇ, ਨਾਰਮਲੀ ਚੱਲੇ ਥੀਏਟਰਸ ਦੇ ਵਿੱਚ। ਸੋ ਉਹਦੇ ਵਿੱਚ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਗੁੱਸਾ ਸੀ, ਤੁਸੀਂ ਕਹਿ ਲਓ, ਜਿਹੜਾ ਗੁੱਸਾ ਉਹਨਾਂ ਨੇ ਇਸ ਤਰ੍ਹਾਂ ਕੱਢਿਆ। ਸੋ ਇਸ ਕਰਕੇ ਸਾਰਾ ਦਾ ਸਾਰਾ ਜਿਹੜਾ ਬਲੇਮ ਹੈ ਉਹ ਮੂਵੀ ਤੋਂ ਹੀ ਆਉਂਦਾ ਹੈ, MSG2 ਤੋਂ, ਐਜ਼ ਪਰ ਦਿਸ ਰਿਪੋਰਟ। ਤੁਸੀਂ ਕਹਿ ਰਹੇ ਹੋ ਕਿ ਮੂਵੀ ਤੋਂ ਬਾਅਦ ਇਹ ਸਾਰਾ ਵਾਦ ਵਿਵਾਦ ਬਣਿਆ, ਤੇ ਹੁਣ ਜਿਹੜੀ ਧਾਰਾਵਾਂ ਲਗਾਈ ਗਈਆਂ ਨੇ, ਕਿਸ ਪੱਖ ਦੀਆਂ ਧਾਰਾਵਾਂ ਲਗਾਈ ਗਈਆਂ ਨੇ? ਜਾਂ 295 ਏ ਦੇ ਤਹਿਤ ਇਹੀ ਧਾਰਾਵਾਂ ਲਗਾਈ ਗਈਆਂ ਨੇ, ਜਾਂ ਇਸ ਤੋਂ ਇਲਾਵਾ ਹੋਰ ਕੁਝ ਵੀ ਨਵਾਂ ਇਸ SIT ਦੇ ਵਿੱਚ, ਇਸ ਰਿਪੋਰਟ ਦੇ ਵਿੱਚ ਸਾਂਝਾ ਕੀਤਾ ਗਿਆ? 295 ਇਹ ਤਾਂ ਲੱਗੀ ਹੈ ਜੀ, ਉਹਦੇ ਵਿੱਚ ਸੈਂਕਸ਼ਨ ਰਿਕੁਆਇਰਡ ਹੁੰਦੀ ਹੈ, ਉਹ ਤਾਂ ਇਹਨਾਂ ਨੇ ਮੰਗੀ ਹੈ। ਉਸ ਤੋਂ ਇਲਾਵਾ ਵੀ ਧਾਰਾਵਾਂ ਲੱਗੀਆਂ ਕਿਉਂਕਿ ਬੇਅਦਬੀ ਹੋਈ ਹੈ। 295 ਤਾਂ ਲੱਗੜੀ ਸੀ, ਪਰ ਗੱਲ ਇਹ ਆਉਂਦੀ ਹੈ ਕਿ ਜਿਨ੍ਹਾਂ ਦੀ ਖਿਲਾਫ ਤੁਸੀਂ ਲਾਈ ਹੈ ਕਿ ਰੋਲ ਉੱਥੇ ਤੱਕ ਹੀ ਸੀ ਕਿ ਉਸ ਤੋਂ ਬਿਯੋਂਡ ਵੀ ਸੀ। ਅਲਟੀਮੇਟ ਗੱਲ ਇਹ ਆਉਂਦੀ ਹੈ ਕਿ ਬੇਅਦਬੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ। ਪੰਜਾਬ ਦੇ ਲੋਕਾਂ ਤਾਂ ਸ਼ਾਇਦ ਮੈਂ ਗਲਤ ਹਾਂ ਕਹਿਣ, ਦੁਨੀਆ ਭਰ ਦੇ ਸਿੱਖਾਂ ਨੂੰ ਜਿਨ੍ਹਾਂ ਨੇ ਬੇਅਦਬੀ ਨੂੰ ਲੈ ਕੇ ਇੱਕ ਰੋਸ਼ ਪ੍ਰਗਟ ਕੀਤਾ ਹੈ ਕਿ ਸਾਡੇ ਗੁਰੂ ਸਾਹਿਬ ਨੂੰ ਇਸ ਤਰ੍ਹਾਂ, ਮਤਲਬ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਐਂ ਬੇਅਦਬੀ ਕੀਤੀ ਜਾ ਰਹੀ ਹੈ, ਉਸ ਚੀਜ਼ ਨੂੰ ਲੈ ਕੇ ਸਰਕਾਰ, ਜਿਹੜੀ ਮਰਜ਼ੀ ਸਰਕਾਰ ਹੋਵੇ, ਸਰਕਾਰਾਂ ਦਾ ਰਵੱਈਆ ਔਰ ਪੁਲਿਸ ਪ੍ਰਸ਼ਾਸਨ ਦੀ, ਆਈ ਐਮ ਸੌਰੀ ਟੂ ਸੇ, ਫੇਲੀਅਰ ਨੂੰ ਹਰ ਪੰਜਾਬੀ ਨੇ ਹਰ ਕਦਮ ਤੇ ਕ੍ਰਿਟਿਸਾਈਜ਼ ਵੀ ਕੀਤਾ ਹੈ। ਔਰ ਅੱਜ ਚੀਜ਼ ਇਹ ਹੈ ਕਿ ਅਜੇ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਮੇਰੇ ਓਪੀਨੀਅਨ ਦੇ ਵਿੱਚ ਜਿੰਨੇ ਲੈਕੂਨਾ ਛੁੱਟੇ ਹੈ, ਕਿਉਂਕਿ ਹਰ ਕੇਸ ਦੇ ਵਿੱਚ ਸਾਨੂੰ ਇਹ ਦੇਖਣਾ ਹੁੰਦਾ ਹੈ ਕਿ ਕੀ ਚੀਜ਼ਾਂ ਰਿਕਾਰਡ ਤੇ ਹੈ ਔਰ ਕੀ ਚੀਜ਼ਾਂ ਰਿਕਾਰਡ ਤੋਂ ਹਟਾਈਆਂ ਗਈਆਂ, ਉੱਥੇ ਹੀ ਉਹ ਕੇਸ ਦੀ ਤਫਤੀਸ਼ ਸਟੈਂਡ ਕਰਨੀ ਹੁੰਦੀ ਹੈ। ਸੋ ਸਾਨੂੰ ਇਹ ਦੇਖਣਾ ਹੈ ਕਿ ਇਸ ਕੇਸ ਦੇ ਵਿੱਚ ਕੀ ਚੀਜ਼ਾਂ ਰਿਕਾਰਡ ਤੇ ਨਹੀਂ ਲਈਆਂ। ਮੇਰੇ ਓਪੀਨੀਅਨ ਦੇ ਵਿੱਚ ਐਜ਼ ਅ ਲਾਇਰ ਅਜੇ ਮੰਜ਼ਿਲ ਬਹੁਤ ਦੂਰ ਹੈ, ਅਜੇ ਕਿਤੇ ਵੀ ਇਨਸਾਫ ਨਹੀਂ ਛੇਤੀ ਮਿਲਣ ਦੀ ਉਮੀਦ। ਇਸ ਤੋਂ ਪਹਿਲਾਂ 2 ਕਮਿਸ਼ਨ ਬਣਾਏ ਗਏ, ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਤੇ ਹੁਣ ਇਹ ਸੈੱਟ ਆ ਜਾਂਦੀ ਹੈ। ਜੇ ਇਹਨਾਂ ਰਿਪੋਰਟਾਂ ਨੂੰ ਤੁਸੀਂ ਕਾਫੀ ਲੰਬੇ ਅਰਸੇ ਤੋਂ ਦੇਖ ਰਹੇ ਹੋ, ਤੁਸੀਂ ਬਹੁਤ ਗਰਾਊਂਡ ਦੇ ਤੌਰ ਤੇ ਜੇ ਮੈਂ ਵੇਖਿਆ ਜਾਵਾਂ ਤਾਂ ਤੁਸੀਂ ਗਰਾਊਂਡ ਦੇ ਉੱਤੇ ਇਸ ਨੂੰ ਬਹੁਤ ਜ਼ਿਆਦਾ ਪਕੜ ਦੇ ਵਿੱਚ ਰੱਖਿਆ, ਤਾਂ ਉਹਨਾਂ ਰਿਪੋਰਟਾਂ ਦੇ ਵਿੱਚ ਤੇ ਇਸ ਰਿਪੋਰਟ ਦੇ ਵਿੱਚ ਆਖਰ ਵੱਖਰਾ ਕੀ ਹੈ? ਸਰ ਪਹਿਲਾਂ ਮੈਂ ਇੱਕ ਚੀਜ਼ ਕਲੈਰੀਫਾਈ ਕਰਦੇ ਹਾਂ, ਜ਼ੋਰਾ ਸਿੰਘ ਕਮਿਸ਼ਨ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ। ਜੇ ਅਸੀਂ ਇਹਨਾਂ ਦੋਵੇਂ ਕਮਿਸ਼ਨਸ ਦੀ ਗੱਲ ਕਰੀਏ, ਆਨਰੇਬਲ ਹਾਈ ਕੋਰਟ ਨੇ ਬੜੀ ਕਲੀਅਰਲੀ ਕਿਹਾ ਸੀ ਅਨਇਨਫਲੂਐਂਸਡ ਬਾਈ ਥੀਸ ਕਮਿਸ਼ਨਸ, ਕਿ ਕਮਿਸ਼ਨਸ ਦੀ ਰਿਪੋਰਟ ਤੋਂ ਤੁਸੀਂ ਇਨਫਲੂਐਂਸ ਨਹੀਂ ਹੋਣਾ। ਪੰਜਾਬ ਪੁਲਿਸ ਦੀ SIT ਹੁਣ ਬਣਨਾ, ਇਹਦਾ ਕਮਿਸ਼ਨ ਦੇ ਉੱਤੇ ਡਿਪੈਂਡੈਂਟ ਕੁਝ ਨਹੀਂ ਸੀ। ਜਦੋਂ ਬੇਅਦਬੀ ਹੋਈ ਸੀ ਪੰਜਾਬ ਪੁਲਿਸ ਤਾਂ ਉਦੋਂ ਵੀ ਇਨਵੈਸਟੀਗੇਟ ਕਰ ਰਹੀ ਸੀ, ਪਰ ਪੁਲਿਸ ਵਾਲਿਆਂ ਦਾ ਰੋਲ ਕੀ ਸੀ? ਇਮੀਡੀਏਟਲੀ ਤਫਤੀਸ਼ ਕਰਨਾ। ਉਹਨਾਂ ਨੇ ਸਾਲੋਂ ਸਾਲ ਇਹ ਤਫਤੀਸ਼ ਦੱਬ ਕੇ ਰੱਖੀ ਇਹਦੇ ਵਿੱਚ, ਜਿਸ ਕਰਕੇ ਐਵੀਡੈਂਸ ਰਿਕਾਰਡ ਤੇ ਨਹੀਂ ਉਹਨਾਂ ਨੇ ਲਿਆਂਦੀ ਜਾਂ ਐਵੀਡੈਂਸ ਡਿਸਟਰੋਏ ਹੋ ਗਈ। ਉਸ ਤੋਂ ਬਾਅਦ ਇਹ ਕੇਸ CBI ਕੋਲ ਚਲਾ ਗਿਆ, ਫਿਰ ਵਾਪਸ ਪੰਜਾਬ ਪੁਲਿਸ ਕੋਲ ਆਇਆ ਔਰ ਹੁਣ SIT ਵੱਲੋਂ ਰਿਪੋਰਟ ਆਈ ਹੈ। ਸੋ ਜੇ ਅਸੀਂ ਉਸ ਐਂਗਲ ਤੋਂ ਲਈਏ, ਜਿਹੜੀ ਕਮਿਸ਼ਨਸ ਦੀਆਂ ਰਿਪੋਰਟਸ ਨੇ ਉਹ ਬਾਈਂਡਿੰਗ ਨਹੀਂ ਹੈ ਇਨਵੈਸਟੀਗੇਸ਼ਨ ਦੇ ਉੱਤੇ। ਇਨਵੈਸਟੀਗੇਸ਼ਨ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਪਰ ਕਿਉਂਕਿ ਸੇਮ ਚੀਜ਼ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ, ਤੇ ਜੇ ਕਮਿਸ਼ਨ ਨੇ ਕੁਝ ਚੀਜ਼ਾਂ ਪੁਆਇੰਟ ਆਊਟ ਕਰ ਦਿੱਤੀਆਂ ਔਰ ਉਸ ਐਸਪੈਕਟ ਨੂੰ ਰਿਪੋਰਟ ਦੇ ਵਿੱਚ ਇਨਵੈਸਟੀਗੇਟ ਹੀ ਨਹੀਂ ਕੀਤਾ ਗਿਆ ਹੈ, ਤੇ ਸਾਨੂੰ ਤਾਂ ਉੱਥੋਂ ਹੀ ਪਤਾ ਲੱਗਦਾ ਹੈ ਨਾ ਕਿ ਜੀ ਇੰਨਾ ਫਰਕ ਕਿਉਂ ਹੈ। ਹੁਣ ਜਿਵੇਂ ਪੰਜਾਬ ਪੁਲਿਸ ਦਾ ਰੋਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਹਾਈਲਾਈਟ ਕੀਤਾ ਜਾ ਰਿਹਾ ਹੈ, ਉਹ ਕਿਉਂ ਹਾਈਲਾਈਟ ਹੋ ਰਿਹਾ? ਬਿਕੋਜ਼ ਪੁਲਿਸ ਵਾਲਿਆਂ ਦੇ ਹੀ ਐਕਸ਼ਨਸ ਕਰਕੇ ਜਾਂ ਗਲਤ ਐਕਸ਼ਨਸ ਕਰਕੇ ਮੈਂ ਕਹਾਂਗਾ ਇਹ ਇੰਨੇ ਸਾਲ ਲੱਗ ਗਏ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਹ ਐਵੀਡੈਂਸ ਜੇ ਰਿਕਾਰਡ ਤੇ ਪੂਰੀ ਨਹੀਂ ਲਈ, ਐਵੀਡੈਂਸ ਡਿਸਟਰੋਏ ਹੋਣ ਦੇਤੀ, ਉਹਨਾਂ ਚੀਜ਼ਾਂ ਦਾ ਹੀ ਲੈਪਸ ਹੋਇਆ। ਇੱਥੇ ਕਿਸੇ ਪੁਲਿਸ ਵਾਲੇ ਦਾ ਰੋਲ ਹੀ ਹੈ ਨਹੀਂ ਇਸ ਰਿਪੋਰਟ ਦੇ ਹਿਸਾਬ ਨਾਲ। ਸੋ ਮੇਜਰ ਕੰਟਰਾਡਿਕਸ਼ਨਸ ਨੇ, ਕੋਈ ਛੋਟੀਆਂ ਚੀਜ਼ਾਂ ਨਹੀਂ ਹੈ। ਇਸ ਦੇ ਨਾਲ ਹੀ ਜੇ ਥੋੜਾ ਜਿਹਾ ਪਿੱਛੇ ਜਾਈਏ, ਕੁਮਰ ਵਿਜੇ ਪ੍ਰਤਾਪ ਵੱਲੋਂ ਵੀ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ, ਹਾਲਾਂਕਿ ਹਾਈ ਕੋਰਟ ਵੱਲੋਂ ਉਸ ਨੂੰ ਕਿਤੇ ਨਾ ਕਿਤੇ ਮੰਨਣ ਤੋਂ ਇਨਕਾਰ ਜ਼ਰੂਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਅਸਤੀਫਾ ਦੇ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ, ਤੇ ਹੁਣ ਉਹ ਆਪਣੀ ਪਾਰਟੀ ਦੇ ਵਿੱਚ ਰਹਿੰਦੇ ਹੋਇਆ ਵਿਧਾਨ ਸਭਾ ਦੇ ਵਿੱਚ ਵੀ ਮੰਗ ਕਰਦੇ ਨੇ ਕਿ ਇਸ ਮੁੱਦੇ ਤੇ ਬੋਲਣ ਦਿੱਤਾ ਜਾਵੇ। ਹਾਲਾਂਕਿ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਤੇ ਉਸ ਦੇ ਪਿੱਛੇ ਦੀ ਵਜ੍ਹਾ ਕੀ ਸਮਝਦੇ ਹੋ? ਜੋ ਕੁਝ ਉਹਨਾਂ ਦੇ ਵੱਲੋਂ ਰਿਪੋਰਟ ਇੱਕ ਸਾਂਝੀ ਕੀਤੀ ਗਈ ਸੀ, ਉਸ ਦੇ ਅਕੋਰਡਿੰਗ ਜਿਹੜੀ ਇਹ ਰਿਪੋਰਟ ਆਈ ਹੈ, ਉਸ ਦੇ ਨਾਲ ਕਿਤੇ ਨਾ ਕਿਤੇ ਤਾਲਮੇਲ ਖਾਂਦੀ ਹੈ?
ਪਹਿਲੀ ਗੱਲ ਤਾਂ ਜੀ ਮੈਂ ਫੀਲ ਕਰਦਾ ਕਿ ਜਿਹੜੇ ਆਫਿਸਰ ਨੇ ਆਪ ਤਫਤੀਸ਼ ਕੀਤੀ ਹੈ, ਜੇ ਉਹ ਅੱਜ ਇੱਕ ਐਮਐਲਏ ਬਣ ਕੇ ਰਿਕੁਐਸਟ ਕਰ ਰਹੇ ਹੈ ਕਿ ਮੈਨੂੰ ਸੁਣਿਆ ਜਾਵੇ, ਤੇ ਸਾਨੂੰ ਉਸ ਚੀਜ਼ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਬੋਲਣ ਦੇਣਾ ਚਾਹੀਦਾ ਹੈ, ਕਿਉਂਕਿ ਇਹੋ ਜਿਹਾ ਆਫਿਸਰ ਅੱਜ ਐਮਐਲਏ ਬਣ ਕੇ ਕਮੀਆਂ ਪੁਆਇੰਟ ਆਊਟ ਕਰ ਸਕਦਾ ਹੈ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਛੱਡੀਆਂ ਜਾ ਰਹੀਆਂ। ਔਰ ਉਹਨਾਂ ਨੇ ਕਿਉਂਕਿ ਇਸ ਮੈਟਰ ਨੂੰ ਬੜੀ ਮਤਲਬ ਡੂੰਘਾਈ ਨਾਲ ਦੇਖਿਆ ਹੈ, ਤਫਤੀਸ਼ ਕੀਤੀ ਹੈ, ਸੋ ਜੇ ਕੋਈ ਲੈਕੂਨਾ ਛੱਡੇ ਜਾ ਰਹੇ ਆ, ਉਸ ਲੈਕੂਨਾ ਦੀ ਕੀ ਰਿਪਰਕਸ਼ਨ ਹੋਣੀ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਮੇਰੇ ਖਿਆਲ ਨਾਲ ਉਹਨਾਂ ਨੂੰ ਇਹ ਪੁਆਇੰਟ ਆਊਟ ਕਰਨ ਦੇਣਾ ਚਾਹੀਦਾ ਸੀ, ਇਹ ਸਾਡੇ ਸਾਰਿਆਂ ਦੇ ਇੰਟਰਸਟ ਦੇ ਵਿੱਚ ਸੀ। ਸੋ ਹੁਣ ਉਹਨਾਂ ਦੀ ਸਰਕਾਰ ਨੇ ਕਿਉਂ ਨਹੀਂ ਕਰਨ ਦਿੱਤਾ, ਉਹ ਤਾਂ ਸਰਕਾਰ ਦਾ ਇਹਦਾ ਮਤਲਬ ਐਵੀਡੈਂਟ ਹੈ ਕਿ ਸਰਕਾਰ ਇਹਦੇ ਵਿੱਚ ਫੇਰ ਤਫਤੀਸ਼ ਚਾਹੁੰਦੀ ਨਹੀਂ। ਮੇਰਾ ਮਤਲਬ ਇਹ ਓਪੀਨੀਅਨ ਹੈ ਇਸ ਚੀਜ਼ ਤੇ। ਠੀਕ ਹੈ, ਕੁੰਵਰ ਵਿਜੇ ਪ੍ਰਤਾਪ ਤੇ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਸਰਕਾਰ ਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ, ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਵੀ ਕਿਤੇ ਨਾ ਕਿਤੇ ਸਵਾਲ ਚੁੱਕੇ ਜਾ ਰਹੇ ਨੇ। ਜੇ ਮੈਂ ਪੰਜਾਬ ਪੁਲਿਸ ਦਾ ਰੋਲ ਵੇਖਾਂ, ਹਾਲਾਂਕਿ ਵੱਡੇ ਵੱਡੇ ਅਫਸਰ ਸੁਮੇਸ਼ ਸੈਣੀ, ਪਰਮਰਾਜ ਉਮਰਾ ਨੰਗਲ, ਵੱਡੇ ਵੱਡੇ ਅਫਸਰਾਂ ਦੇ ਨਾਂ ਇਸ ਰਿਪੋਰਟ ਦੇ ਵਿੱਚ ਤਾਂ ਕहीं ਕਿਤੇ ਨਹੀਂ ਦਿਖਾਈ ਦੇ ਰਹੇ, ਪਰੰਤੂ ਉਹਨਾਂ ਤੇ ਇਲਜ਼ਾਮ ਲੱਗਦੇ ਦਿਖਦੇ ਸੀ ਕਿ ਜਿਵੇਂ ਸਰਕਾਰ ਹੁਣ ਕਹਿ ਰਹੀ ਹੈ ਕਿ ਅਸੀਂ ਸਿਰਫ ਬੇਅਦਬੀ ਦੀ ਇਹ ਰਿਪੋਰਟ ਸਾਂਝੀ ਕੀਤੀ ਹੈ, ਅਗਲੀ ਰਿਪੋਰਟਾਂ ਦੇ ਵਿੱਚ ਕਿਸ ਨੇ ਇੱਕ ਬੇਅਦਬੀ ਕਰਵਾਈ, ਕਿਸ ਵੱਲੋਂ ਕੀਤੀ ਗਈ ਫਾਇਰਿੰਗ, ਕਿਸ ਵੱਲੋਂ ਕੀਤੀ ਗਈ, ਕਿਸ ਵੱਲੋਂ ਕਰਵਾਈ ਗਈ, ਉਹ ਵੀ ਕਿਤੇ ਨਾ ਕਿਤੇ ਸ਼ਬਦਾਂ ਦੇ ਨਾਲ ਨਹੀਂ ਰਿਪੋਰਟਾਂ ਦੇ ਨਾਲ ਬਿਆਨ ਕੀਤਾ ਜਾਵੇਗਾ। ਉਹਨਾਂ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਜੇ ਪੁਲਿਸ ਅਫਸਰਾਂ ਨੂੰ ਕਿਤੇ ਨਾ ਕਿਤੇ ਇਸ ਦੇ ਵਿੱਚੋਂ ਵੱਖ ਕੀਤਾ ਗਿਆ, ਛੁਡਾ ਦਿੱਤਾ ਗਿਆ ਜਾਂ ਛੱਡ ਦਿੱਤਾ ਗਿਆ? ਪਹਿਲੀ ਗੱਲ ਤਾਂ ਜੀ ਬੇਅਦਬੀ ਵਾਲੀ ਤਾਂ ਤਫਤੀਸ਼ ਪੂਰੀ ਹੋ ਚੁੱਕੀ ਹੈ। ਸੈਕੰਡ ਲਾਸਟ ਪੇਜ ਤੁਸੀਂ ਇਹ 467 ਪੇजेस ਦੀ ਰਿਪੋਰਟ ਦਾ ਦੇਖੋ, ਜਿਹੜੀ ਮੈਂ ਕਹਿ ਰਿਹਾ ਸੀ 12 ਅਪ੍ਰੈਲ ਦੀ ਚਿੱਠੀ ਹੈ, 12 ਅਪ੍ਰੈਲ 2022 ਦੀ, ਉਹਦੇ ਹਿਸਾਬ ਨਾਲ ਤਫਤੀਸ਼ ਬੇਅਦਬੀ ਨੂੰ ਲੈ ਕੇ ਪੂਰੀ ਹੋ ਚੁੱਕੀ ਹੈ। ਸੋ ਸਰਕਾਰ ਉਹਦੇ ਤੇ ਹੋਰ ਕੀ ਕੱਢਣਾ ਚਾਹੁੰਦੀ ਹੈ? ਜਦੋਂ ਸਰਕਾਰ ਨੇ 12 ਅਪ੍ਰੈਲ ਤੋਂ ਬਾਅਦ ਕੀਤਾ ਹੀ ਕੁਝ ਨਹੀਂ, ਔਰ ਅੱਜ ਉਹ ਰਿਪੋਰਟ ਜਿਹੜੇ ਸਿੱਖ ਜਥੇਬੰਦੀਆਂ ਗਈਆਂ ਉਹਨਾਂ ਨੂੰ ਇਹ ਦੇ ਚੁੱਕੇ ਹੈ, ਦੇ ਮੇਡ ਦਾ ਰਿਪੋਰਟ ਪਬਲਿਕ, ਇਹਦਾ ਮਤਲਬ ਉਹ ਕਹਿ ਰਹੇ ਹੈ ਕਿ ਸਾਡੀ ਰਿਪੋਰਟ ਜਿਹੜੀ ਇੱਕ ਆਈਜੀ ਨੇ ਲਿਖਿਆ ਕਿ ਸਾਡੀ ਤਫਤੀਸ਼ ਪੂਰੀ ਹੋ ਗਈ, ਉਸ ਚੀਜ਼ ਨੂੰ ਇਹ ਐਕਸੈਪਟ ਕਰ ਰਹੇ ਹੈ। ਹੁਣ ਉਹਦੇ ਵਿੱਚ ਹੋਰ ਕਿਸੇ ਨੂੰ ਕਿਵੇਂ ਅਕਿਊਜ਼ਡ ਬਣਾਉਣਗੇ, ਮੈਨੂੰ ਨਹੀਂ ਸਮਝ ਆ ਰਹੀ। ਜੇ ਅਕਿਊਜ਼ਡ ਬਣਾਉਣਾ ਹੀ ਸੀ ਫਿਰ ਤਫਤੀਸ਼ ਕਨਕਲੂਡ ਕਿਉਂ ਹੋਣ ਦਿੱਤੀ, ਉਸੇ ਵੇਲੇ ਆਬਜੈਕਟ ਕਰਦੇ। ਇਹਦਾ ਮਤਲਬ ਸਰਕਾਰ ਦੇ ਵਿੱਚ ਇੱਕ ਜਾਣੇ ਨੂੰ ਨਹੀਂ ਪਤਾ ਦੂਜਾ ਕੀ ਕਰ ਰਿਹਾ। ਰਿਪੋਰਟ ਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ, ਸੀਨੀਅਰ ਆਫੀਸਰਸ ਕੋਲ ਜਾਂਦੀ ਹੈ, ਉਸ ਤੋਂ ਬਾਅਦ ਲੀਗਲ ਓਪੀਨੀਅਨਸ ਲਏ ਜਾਂਦੇ ਆ, ਫਿਰ ਉਹ ਰਿਪੋਰਟਸ ਪ੍ਰੋਸੈਸ ਹੁੰਦੀ ਹੈ, ਐਂ ਤਾਂ ਕੁਝ ਨਹੀਂ ਹੁੰਦਾ। ਸੋ ਇਸ ਕਰਕੇ ਇਹ ਕਹਿਣਾ ਕਿ ਜੀ ਆ ਸਿਰਫ ਬੇਅਦਬੀ ਸੇ ਸੀ ਤੇ ਅਜੇ ਅਸੀਂ ਹੋਰ ਕਰਾਂਗੇ, ਹੋਰ ਕਾਹਦੇ ਤੇ ਕਰੋਗੇ? ਮੁੱਦਾ ਹੀ ਸਾਰਾ ਬੇਅਦਬੀ ਤੋਂ ਸ਼ੁਰੂ ਹੋਇਆ। ਜੇ ਸ਼ੁਰੂਆਤ ਦੇ ਵਿੱਚ ਹੀ ਤੁਹਾਡੀ ਫੇਅਰ ਇਨਵੈਸਟੀਗੇਸ਼ਨ ਨਹੀਂ ਹੈ ਤਾਂ ਤੁਸੀਂ ਗਾਂ ਕੀ ਕਰੋਗੇ? ਹੁਣ ਤੁਸੀਂ ਦੂਜੇ ਇਸ਼ੂ ਤੇ ਆਜੋ, ਸੁਮੇਧ ਸੈਣੀ ਤੇ ਉਮਰਾ ਨੰਗਲ ਵਾਲੇ, ਉਹ ਸਾਰੇ ਗੋਲੀकांड ਦੇ ਵਿੱਚ ਅਕਿਊਜ਼ਡ ਹੈ ਜੀ। ਹੁਣ ਜੇ ਅਸੀਂ ਗੋਲੀकांड ਵਾਲੇ ਇਸ਼ੂ ਦੀ ਗੱਲ ਕਰੀਏ ਤੇ ਮੈਨੂੰ ਇੱਕ ਗੱਲ ਦੱਸੋ, ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦਿੱਤੀ ਹੈ? ਤੁਹਾਡੀਆਂ ਐਸਆਈਟੀਜ਼ ਦੀਆਂ ਤਫਤੀਸ਼ਾਂ ਪੂਰੀਆਂ ਨਹੀਂ ਹੋਈਆਂ, ਮੰਨ ਲਿਆ। ਮਿਸਟਰ LK ਯਾਦਵ ਦੀ ਮੈਂ ਐਸਆਈਟੀ ਦੀ ਗੱਲ ਕਰ ਰਿਹਾ, ਬਿਕੋਜ਼ ਜਦੋਂ ਤੱਕ ਉਹਨਾਂ ਦੀ ਐਸਆਈਟੀ ਦੀ ਤਫਤੀਸ਼ ਪੂਰੀ ਨਹੀਂ ਹੁੰਦੀ, ਜਿਹੜੀ ਸੈਕੰਡ ਐਸਆਈਟੀ ਹੈ ਉਹ ਨਹੀਂ ਕਨਕਲੂਡ ਕਰ ਸਕਦੀ ਇਨਵੈਸਟੀਗੇਸ਼ਨ, ਬੈਬਲ ਕਲਾਂ ਵਾਲੀ ਇਨਵੈਸਟੀਗੇਸ਼ਨ ਉਸ ਤੋਂ ਬਾਅਦ ਹੋਊਗੀ, ਮੰਨ ਲਿਆ। ਸੋ ਪਹਿਲੀ ਐਸਆਈਟੀ ਨੂੰ ਹੋਰ ਕਿੰਨਾ ਟਾਈਮ ਚਾਹੀਦਾ? ਆਨਰੇਬਲ ਹਾਈ ਕੋਰਟ ਨੇ ਕਿਹਾ ਸੀ ਪ੍ਰੈਫਰੇਬਲੀ 6 ਮਹੀਨਿਆਂ 'ਚ ਕਰੋ। ਪੁੱਛੋ, ਸਾਲ ਤੋਂ ਉੱਤੇ ਨਹੀਂ ਹੋ ਗਿਆ, ਅਜੇ ਤੱਕ ਰਿਪੋਰਟ ਪੂਰੀ ਨਹੀਂ ਹੋਈ। 7 ਮਈ 2021 ਨੂੰ ਬਣੀ ਸੀ, ਸਾਲ ਤੋਂ ਉੱਤੇ ਹੋ ਗਿਆ, ਅਜੇ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ। ਦੂਜੇ ਪਾਸੇ ਫਾਰਮਰ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਪੁਲਿਸ ਨੂੰ ਇੱਕ ਕੰਪਲੇਂਟ ਫਾਈਲ ਕੀਤੀ ਹੋਈ ਹੈ। ਉਸ ਤੋਂ ਇਲਾਵਾ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ ਕੰਪਲੇਂਟ ਕੇਸ ਫਾਈਲ ਕੀਤਾ ਹੋਇਆ ਹੈ ਕਿ ਮੈਨੂੰ ਇੰਟਰੋਗੇਸ਼ਨ ਲਈ, ਕੁਐਸਚਨਿੰਗ ਲਈ ਜਦੋਂ ਬੁਲਾਇਆ ਗਿਆ ਤੇ ਪੁੱਛਗਿੱਛ ਵੇਲੇ ਉੱਥੇ ਇੱਕ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੂੰ ਬਿਠਾਇਆ ਹੋਇਆ ਸੀ, ਜਿਨ੍ਹਾਂ ਨੇ ਮੈਨੂੰ ਸਵਾਲ ਪੁੱਛਿਆ ਔਰ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਉਹ ਇੱਕ ਡੀਐਸਪੀ ਨੇ। ਹੁਣ ਗੱਲ ਉੱਥੇ ਹੀ ਆ ਗਈ, ਇਹ ਕੇਸ ਕਰਕੇ ਕੀ ਇਨਵੈਸਟੀਗੇਸ਼ਨ ਤੇ ਸਵਾਲ ਨਹੀਂ ਉੱਠ ਜਾਣਗੇ? ਇਹ ਤਾਂ ਲੈਕਿਉਨਾ ਇਹੋ ਜਿਹੇ ਛੱਡੇ ਜਾ ਰਹੇ ਕਿ ਕੱਲ ਨੂੰ ਇਹਨਾਂ ਚੀਜ਼ਾਂ ਕਰਕੇ ਫਾਈਨਲ ਕਦੇ ਤਫਤੀਸ਼ ਪੂਰੀ ਨਾ ਹੋਵੇ। ਫਿਰ ਸੁਮੇਧ ਸੈਣੀ ਤੇ ਉਮਰਾ ਨੰਗਲ ਦੀ ਗੱਲ ਕਰ ਰਹੇ ਹੋ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਆਰਡਰਸ ਕੱਢ ਲਓ। ਸੁਮੇਧ ਸੈਣੀ ਨੂੰ ਬਲੈਂਕਟ ਵੇਲ ਤਾਂ ਸਰਕਾਰ ਨੇ ਦਵਾਈ ਹੈ, ਉਹਦੀ ਬਲੈਂਕਟ ਵੇਲ ਆਨਰੇਬਲ ਹਾਈ ਕੋਰਟ ਡਿਸਮਿਸ ਕੀਤੀ ਹੈ, ਜਦੋਂ ਆਨਰੇਬਲ ਹਾਈ ਕੋਰਟ ਨੇ ਸਰਕਾਰ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਕਿ ਜੀ ਸਾਡੇ ਕਿਸੇ ਕੇਸ ਦੇ ਵਿੱਚ ਅਕਿਊਜ਼ਡ ਹੀ ਹੈ ਨਹੀਂ, ਮਤਲਬ ਸਾਨੂੰ ਉਹਦੀ ਲੋੜ ਹੀ ਹੈ ਨਹੀਂ, ਸੌਰੀ, ਕਸਟੋਡੀਅਲ ਇੰਟਰੋਗੇਸ਼ਨ ਦੀ। ਉਹਦੇ ਇੰਟਰਮ ਕੰਟੀਨਿਊ ਕਰਾਏ ਗਏ ਆ ਅਗਸਤ ਸਪਟੈਂਬਰ ਤੱਕ। ਤੇ ਮੈਨੂੰ ਇਹ ਗੱਲ ਦੱਸੋ, ਤਫਤੀਸ਼ ਕਾਹਦੀ? ਜਦੋਂ ਤੁਸੀਂ ਸੜਕ ਹੀ ਲਾਹੌਰ ਜਾਣ ਦੀ ਫੜ ਲਈ ਔਰ ਕਹੀ ਜਾਓ ਕਿ ਜੀ ਮੈਂ ਤਾਂ ਦਿੱਲੀ ਚੱਲਿਆ, ਤੁਸੀਂ ਦਿੱਲੀ ਥੋੜੀ ਪਹੁੰਚੋਗੇ। ਸੋ ਇੱਥੇ ਐਵੀਡੈਂਟ ਹੈ ਕਿ ਜਿਹੜੇ ਬੰਦੇ ਅਕਿਊਜ਼ਡ ਨੇ ਉਹਨਾਂ ਨੂੰ ਹਰ ਕਦਮ ਤੇ ਬਚਾਇਆ ਜਾ ਰਿਹਾ ਹੈ। ਹੁਣ ਛੋਟੀ ਜਿਹੀ ਮੈਂ ਐਗਜ਼ਾਮਪਲ ਲੈਣਾ, ਤੁਸੀਂ ਉਮਰਾ ਨੰਗਲ ਦਾ ਨਾਂ ਲਿਆ, ਉਮਰਾ ਨੰਗਲ ਦਾ ਤਾਂ ਇੱਕ ਡਰੱਗ ਕੇਸ 'ਚ ਵੀ ਨਾਂ ਆਇਆ ਨਾ। ਕੀ ਸਰਕਾਰ ਨੇ ਡਰੱਗ ਕੇਸ ਚਲਾਨ ਕਰਤਾ ਉਮਰਾ ਨੰਗਲ ਨੂੰ? ਬਿਲਕੁਲ ਨਹੀਂ ਕੀਤਾ। ਉਮਰਾ ਨੰਗਲ ਦਾ ਫੇਕ ਐਨਕਾਊਂਟਰ ਕੇਸ ਲੈ ਲਓ ਤੁਸੀਂ, ਉਹਦੇ ਵਿੱਚ ਸਰਕਾਰ ਨੇ ਪਹਿਲਾਂ ਮਿਸਟਰ ਪ੍ਰਬੋਧ ਕੁਮਾਰ ਦਾ ਨਾਂ ਰეკਮੈਂਡ ਕੀਤਾ, ਹੁਣ ਇੱਕ ਐਫੀਡੇਵਿਟ ਫਾਈਲ ਕੀਤਾ, ਅੱਜ ਹੀ ਈਮੇਲ ਭੇਜੀ ਹੈ, ਜਿਹਦੇ ਵਿੱਚ ਉਹ ਕਹਿ ਰਿਹਾ ਜੀ ਅਸੀਂ ਮਿਸਟਰ ਸੰਜੀਵ ਕਾਲਰਾ ਨੂੰ ਚੀਫ ਬਣਾਵਾਂਗੇ ਉਸ ਐਸਆਈਟੀ ਦਾ। ਤੁਹਾਨੂੰ ਆਪ ਹੀ ਨਹੀਂ ਪਤਾ ਕਿ ਤੁਸੀਂ ਕਿਹਨੂੰ ਚੀਫ ਬਣਾਉਣਾ, ਕਿਹਦੇ ਤੋਂ ਤਫਤੀਸ਼ ਕਰਵਾਉਣੀ ਹੈ।
ਇਸ ਕਰਕੇ ਇਹਨਾਂ ਆਫਿਸਰਸ ਨੂੰ ਬਚਾਉਣ ਦੇ ਲਈ ਸਰਕਾਰਾਂ ਨੇ ਕੋਸ਼ਿਸ਼ਾਂ ਕੀਤੀਆਂ ਔਰ ਗਾਂ ਵੀ ਕਰ ਰਹੀਆਂ। ਕਿਉਂ ਇਹ ਆਫਿਸਰਸ ਇੰਨੇ ਇੰਡਿਸਪੈਂਸੇਬਲ ਨੇ ਉਹ ਤਾਂ ਸਰਕਾਰ ਹੀ ਦੱਸ ਸਕਦੀ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੂਰੀ ਕੋਸ਼ਿਸ਼ ਕਰ ਰੱਖੀ ਹੈ ਇਹਨਾਂ ਨੂੰ ਬਚਾਉਣ ਲਈ। ਔਰ ਮੈਂ ਜੋ ਓਪੀਨੀਅਨ ਕਹਿ ਰਿਹਾ, ਕਟਿੰਗ ਪਾਰਟੀ ਲਾਈਨਸ ਐਜ਼ ਅ ਲਾਇਰ ਕਹਿ ਰਿਹਾ, ਇਹਦਾ ਨੁਕਸਾਨ ਇਹ ਹੈ 7 ਸਾਲਾਂ ਤੋਂ ਇਹਨਾਂ ਤਫਤੀਸ਼ਾਂ ਕਰਕੇ ਜਾਂ ਇਹਨਾਂ ਕਮੀਆਂ ਕਰਕੇ ਜਾਂ ਇਹਨਾਂ ਕੇਸਿਸ ਨੂੰ ਡਿਫੈਂਡ ਨਾ ਕਰਨ ਕਰਕੇ ਚੰਗੀ ਤਰ੍ਹਾਂ ਇਹ ਸਿਰੇ ਨਹੀਂ ਚੜੇ। ਅਜੇ ਤੱਕ ਪਬਲਿਕ ਨੂੰ ਇਨਸਾਫ ਨਹੀਂ ਮਿਲਿਆ। ਆਮ ਸੌਰੀ, ਆਲ ਕਰੈਕਟ ਮਾਈਸੈਲਫ, ਪਬਲਿਕ ਨੂੰ ਨਹੀਂ, ਸਾਨੂੰ ਰਾਦਰ, ਸਾਡੇ ਹਰ ਇਨਸਾਨ ਦੇ ਲਈ ਇਹ ਇਨਸਾਫ ਬਹੁਤ ਜ਼ਰੂਰੀ ਹੈ। ਸਾਨੂੰ ਇਨਸਾਫ ਨਹੀਂ ਮਿਲਿਆ। 7 ਸਾਲਾਂ ਬਾਅਦ ਵੀ ਤਫਤੀਸ਼ਾਂ ਪੂਰੀਆਂ ਨਹੀਂ ਹੋ ਰਹੀਆਂ। ਕਦੋਂ ਇਹ ਤਫਤੀਸ਼ਾਂ ਮੁਕੰਮਲ ਹੋਣਗੀਆਂ, ਕਦੋਂ ਇਹ ਟ੍ਰਾਇਲ ਹੋਊਗੀ, ਕਦੋਂ ਐਕਿਊਜ਼ ਨੂੰ ਸਜ਼ਾ ਹੋਊਗੀ, ਤੁਸੀਂ ਆਹ ਦੇਖੋ। ਔਰ ਅਜੇ ਵੀ 3 ਚੀਫ ਮਿਨਿਸਟਰ ਬਦਲ ਗਏ, 2 ਗਵਰਨਮੈਂਟਸ ਬਦਲ ਗਈਆਂ। ਅੱਜ ਇਹ ਸਰਕਾਰ ਵੀ ਉਸ ਚੀਜ਼ ਨੂੰ ਭੁੱਲ ਕੇ ਇੱਕ ਦੱਬੀ ਆ ਰਹੀ ਹੈ ਆਪਣੀ ਸਪੀਡ ਤੇ ਕਿ ਜੀ ਅਸੀਂ ਇਹਨਾਂ ਐਕਿਊਜ਼ ਨੂੰ ਬਚਾਉਣਾ ਹੈ। ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਹੈ। ਆਖਰ ਸਰਕਾਰ ਬਚਾਉਣਾ ਕਿਉਂ ਚਾਹੁੰਦੀ ਹੈ? ਤੁਸੀਂ ਇੱਕ ਜੇ ਲਾਇਰ ਪੱਖ ਤੋਂ ਦੇਖਦੇ ਹੋ, ਇਸ ਦੇ ਵਿੱਚ ਕਮੀਆਂ ਕਿੱਥੇ ਕੁ ਨੇ ਜਿੱਥੋਂ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਜਾਂ ਦੋਸ਼ੀ ਕਿਤੇ ਨਾ ਕਿਤੇ ਬਚਾ ਦਿੱਤੇ ਗਏ ਨੇ? ਦੇਖੋ, ਇਨਵੈਸਟੀਗੇਸ਼ਨ ਤਾਂ ਕਨਕਲੂਡ ਹੋਈ ਨਹੀਂ, ਸੋ ਇਸ ਕਰਕੇ ਆਨਰੇਬਲ ਹਾਈ ਕੋਰਟ ਨੇ ਵੀ ਕਹਿਤਾ ਕਿ ਤੁਸੀਂ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਉਦੋਂ ਆਪਣੇ ਰਾਈਟਸ ਅਵੇਲ ਕਰੋ ਔਰ ਥੱਲੇ ਕੋਰਟ ਦੇ ਵਿੱਚ ਬਹਿਸ ਕਰੋ ਚਾਰजेस ਦੇ ਉੱਤੇ। ਸੋ ਜੇ ਅਸੀਂ ਉਸ ਐਂਗਲ ਤੋਂ ਦੇਖੀਏ, ਕਿਉਂਕਿ ਇਨਵੈਸਟੀਗੇਸ਼ਨ ਹੀ ਪੂਰੀ ਨਹੀਂ ਹੈ, ਸੋ ਕਦੋਂ ਪੂਰੀ ਹੁੰਦੀ ਹੈ ਪਹਿਲੀ ਗੱਲ। ਦੂਜੀ ਗੱਲ, ਜਦੋਂ ਪੂਰੀ ਹੁੰਦੀ ਹੈ ਐਕਿਊਜ਼ ਨੂੰ ਤੁਸੀਂ ਐਂਟੀਸਪੇਟਰੀ ਬੇਲ ਤੇ ਬੈਠਣ ਦੇ ਰਹੇ ਹੋ, ਉਹਨਾਂ ਦੇ ਖਿਲਾਫ ਦੂਜੇ ਕੇਸਿਸ ਦੀ ਕਿੱਥੇ ਤੁਸੀਂ ਰੈਲੇਵੈਂਸ ਅੱਗੇ ਲਿਆ ਰਹੇ ਹੋ। ਸੀ ਇੱਕ ਚੀਜ਼ ਹੁੰਦੀ ਹੈ, ਕੋਈ ਵੀ ਬੰਦਾ ਫੜਿਆ ਜਾਂਦਾ ਹੈ, ਸਭ ਤੋਂ ਪਹਿਲੀ ਗੱਲ ਕੀ ਪੁੱਛਦੇ ਹੈ ਕਿ ਵੀ ਤੇਰੇ ਤੇ ਹੋਰ ਕਿੰਨੇ ਕੇਸ ਹੈ। ਸੁਮੇਧ ਸੈਣੀ ਦੇ ਕਿੰਨੇ ਕੇਸਿਸ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਵੀ ਸੁਮੇਧ ਸੈਣੀ ਵਰਗੇ ਨੂੰ ਇਹਨਾਂ ਨੂੰ ਕਸਟੋਡੀਅਲ ਇੰਟਰੋਗੇਸ਼ਨ ਦੀ ਲੋੜ ਨਹੀਂ, ਉਹਦੀਆਂ ਇੰਟਰਮ ਕੰਟੀਨਿਊ ਕਰਾਈਆਂ ਜਾ ਰਹੀਆਂ। ਉਹਦੇ ਖਿਲਾਫ ਕੀ ਐਕਸ਼ਨ ਹੋਇਆ ਮੈਨੂੰ ਦੱਸੋ? ਜੇ ਅਖਬਾਰਾਂ 'ਚ ਨਹੀਂ ਆਉਂਦਾ, ਜੇ ਉਹਦੇ ਖਿਲਾਫ ਕੁਛ ਕਰ ਰਹੇ ਹੁੰਦੇ। ਐਵੀਡੈਂਟਲੀ ਕੋਸ਼ਿਸ਼ ਹੋ ਰਹੀ ਹੈ ਕਿ ਸੁਮੇਧ ਸੈਣੀ ਨੂੰ ਬਚਾਇਆ ਜਾਵੇ। ਜੇ ਸੁਮੇਧ ਸੈਣੀ ਨੂੰ ਬਚਾ ਰਹੇ ਹੋ ਤਾਂ ਤੁਸੀਂ ਪੂਰੀ ਪੁਲਿਸ ਟੀਮ ਨੂੰ ਬਚਾਓਗੇ, ਬਿਕੋਜ਼ ਫਾਇਰਿੰਗ ਤਾਂ ਸੁਮੇਧ ਸੈਣੀ ਨੇ ਆਰਡਰਸ ਦਿੱਤੇ ਸੀ ਜੀ। ਸੋ ਇਹਨਾਂ ਚੀਜ਼ਾਂ ਤੋਂ ਬਾਅਦ, ਇਹਨਾਂ ਪੁਲਿਸ ਵਾਲਿਆਂ ਨੂੰ ਛੱਡਣ ਤੋਂ ਬਾਅਦ ਮੇਰਾ ਨਹੀਂ ਖਿਆਲ ਕੋਈ ਵੀ ਤਫਤੀਸ਼ ਮੁਕੰਮਲ ਹੋ ਸਕਦੀ ਹੈ ਔਰ ਸਾਨੂੰ ਇਨਸਾਫ ਮਿਲ ਸਕਦਾ ਹੈ। ਠੀਕ ਹੈ ਪ੍ਰਦੀਪ ਵਿਰਕ ਜੀ, ਮੈਂ ਲਾਸਟ ਸਵਾਲ ਕਰਨਾ ਚਾਹਾਂਗਾ ਕਿ ਸਰਕਾਰਾਂ ਜੇ ਚਾਹਣ ਫਾਸਟ ਟਰੈਕ ਦੇ ਤੌਰ ਤੇ ਇਹਨਾਂ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਇਆ ਜਾ ਸਕਦਾ ਹੈ, ਜਾਂ ਕੋਰਟ ਦੀ ਜਿਹੜੀ ਇੱਕ ਪ੍ਰੋਸੀਡਿੰਗ ਹੈ ਉਸ ਦੇ ਅਕੋਰਡਿੰਗ ਇਹ ਕੇਸ ਚੱਲਦੇ ਰਹਿਣਗੇ? ਤੇ ਨਾਲ ਹੀ ਇਹ ਸਵਾਲ ਵੀ ਐਡ ਕਰ ਲੈਣਾ ਚਾਹੁੰਦਾ, ਅੱਜ ਇੱਕ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮੋਗਾ ਦੀ ਇੱਕ ਅਦਾਲਤ ਨੇ ਇੱਕ ਸਜ਼ਾ ਸੁਣਾਈ ਹੈ, 3 ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ, 5 ਦੇ ਵਿੱਚ 2 ਬਰੀ ਕਰ ਦਿੱਤੇ ਗਏ ਨੇ, 8 ਦੇ ਉੱਤੇ ਮਾਮਲਾ ਦਰਜ ਸੀ। ਉਸ ਨੂੰ ਕਿਵੇਂ ਵੇਖਦੇ ਹੋ ਤੇ ਜਿਹੜਾ ਇਹ ਪ੍ਰੋਸੀਡਿੰਗ ਹੈ ਉਸ ਨੂੰ ਕਿਵੇਂ ਵੇਖਦੇ? ਸਰ, ਪਹਿਲੀ ਗੱਲ ਤਾਂ ਫਾਸਟ ਟਰੈਕ ਕੋਰਟਸ ਬਣਾਉਣ ਦੇ ਲਈ ਵੀ ਰਿਕੁਐਸਟ ਕੀਤੀ ਜਾ ਸਕਦੀ ਹੈ, ਪਰ ਉਹਦੀ ਲੋੜ ਨਹੀਂ ਪੈਂਦੀ। ਉਹਦਾ ਰੀਜ਼ਨ ਹੈ, ਜਿਹੜੇ ਕੋਰਟ ਦੇ ਵਿੱਚ ਤੁਸੀਂ ਚਲਾਨ ਫਾਈਲ ਕਰਦੇ ਹੋ ਤੁਸੀਂ ਉੱਥੇ ਐਪਲੀਕੇਸ਼ਨ ਦੇ ਦਿੰਦੇ ਹੋ ਕਿ ਜੀ ਇਹਨੂੰ ਡੇ ਟੂ ਡੇ ਹੀਅਰਿੰਗ ਤੇ ਲਾ ਦਿਓ, ਸੈਂਸਿਟਿਵ ਮੈਟਰ ਹੋਣ ਕਰਕੇ ਜਾਂ ਪੁਰਾਣਾ ਮੈਟਰ ਹੋਣ ਕਰਕੇ, ਔਰ ਜਨਰਲੀ ਇਹ ਰਿਕੁਐਸਟ ਕੋਰਟ ਐਕਸੈਪਟ ਕਰ ਲੈਂਦੀ ਹੈ ਜੀ। ਸੋ ਇਸ ਕਰਕੇ ਟ੍ਰਾਇਲ ਐਕਸਪੀਡੀਸ਼ੀਅਸ ਹੋ ਜਾਂਦੀ ਹੈ, ਇਹ ਰੂਟੀਨ ਚੀਜ਼ ਹੈ। ਲੇਕਿਨ ਗੱਲ ਇਹ ਹੈ ਕਿ ਫਾਸਟ ਟਰੈਕ ਕੋਰਟ ਤਾਂ ਕਰੋਗੇ ਨਾ ਜੇ ਇਨਵੈਸਟੀਗੇਸ਼ਨ ਹੋਵੇ। ਪਹਿਲਾਂ ਇਨਵੈਸਟੀਗੇਸ਼ਨ ਤਾਂ ਆਪਾਂ ਫਾਸਟ ਟਰੈਕ ਕਰਾ ਲਈਏ। ਜਿਹੜੀਆਂ ਇਨਵੈਸਟੀਗੇਸ਼ਨਸ ਹੋ ਗਈਆਂ ਕਹਿ ਤਾਂ ਕੰਪਲੀਟ ਹੈ, ਇਹ ਤਾਂ ਉਹਨਾਂ ਨੂੰ ਵੀ ਇਨਕੰਪਲੀਟ ਕਹਿ ਰਹੀ ਹੈ ਸਰਕਾਰ ਨੂੰ ਆਪ ਨੂੰ ਨਹੀਂ ਪਤਾ ਕੀ ਕਰ ਰਹੀ ਹੈ। ਦੂਜੀ ਗੱਲ, ਜਿਹੜਾ ਤੁਹਾਡਾ ਦੂਜਾ ਕੁਐਸਚਨ ਹੈ ਉਹਦੇ ਲਈ ਮੈਂ ਇੱਕ ਛੋਟੀ ਜਿਹੀ ਗੱਲ ਕਹਾਂਗਾ। ਅਲਟੀਮੇਟਲੀ ਇਹ ਉਹ ਬੇਅਦਬੀ ਦੇ ਵੱਡੇ ਮੁੱਦੇ ਦਾ ਹਿੱਸਾ ਨਹੀਂ ਹੈ। ਕਨਵਿਕਸ਼ਨ ਹੋਈ ਹੈ, ਲੇਕਿਨ ਇਹ ਉਹ SIT ਦੇ ਅੰਡਰ ਹੋ ਰਹੀ ਇਨਵੈਸਟੀਗੇਸ਼ਨ ਦਾ ਮੁੱਦਾ ਨਹੀਂ ਹੈ। ਇਹਦੇ ਵਿੱਚ ਵੀ ਲਿਮਿਟਿਡ ਐਸਪੈਕਟ ਤੱਕ ਦਾ ਇਸ਼ੂ ਸੀ। ਹੁਣ ਉਹਨਾਂ ਚੀਜ਼ਾਂ ਨੂੰ ਜੇ ਅਸੀਂ ਵੇਖੀਏ, ਮੈਂ ਉੱਥੇ ਕਦੇ ਵੀ ਨਹੀਂ ਚੀਜ਼ ਨੂੰ ਕੰਸੀਡਰ ਕਰਦਾ। ਇਹਨਾਂ ਮੁੱਦਿਆਂ ਨੇ ਇਹ ਛੋਟੇ, ਜਿਵੇਂ ਇੱਕ ਕੇਸ ਦੇ ਵਿੱਚ ਕਨਵਿਕਸ਼ਨ ਹੋ ਗਈ, ਪੁਆਇੰਟ ਇਜ਼ ਕਿ ਪੰਜਾਬ ਦੇ ਲੋਕਾਂ ਨੇ ਧਰਨਾ ਕਾਹਦੇ ਤੇ ਦਿੱਤਾ ਸੀ ਕਿ ਇੰਨੇ ਇਨਸੀਡੈਂਟਸ ਕਿਉਂ ਹੋ ਰਹੇ ਹੈ, ਔਰ ਉਹਨਾਂ ਇਨਸੀਡੈਂਟਸ ਨੂੰ ਲੈ ਕੇ ਇਨਸਾਫ ਮੰਗਦੇ ਲੋਕਾਂ ਤੇ ਉਹਨਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਨੇ ਹੀ ਫਾਇਰਿੰਗ ਕੀਤੀ। ਇਸ ਕਰਕੇ ਇਸ ਚੀਜ਼ ਦੀ ਇਨਵੈਸਟੀਗੇਸ਼ਨ ਇਨ ਟੋਟੈਲਿਟੀ, ਭਾਵੇਂ 3 SITs ਨੇ, ਛੇਤੀ ਤੋਂ ਛੇਤੀ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਨਹੀਂ ਤਾਂ ਇਹ ਸਰਕਾਰ ਨੂੰ ਵੀ ਇਸ ਚੀਜ਼ ਦਾ ਕਿਤੇ ਨਾ ਕਿਤੇ ਨੁਕਸਾਨ ਉਠਾਉਣਾ ਪਊਗਾ, ਬਿਕੋਜ਼ ਇਨਸਾਫ ਤਾਂ ਦੇਖੋ ਅਸੀਂ ਲੈ ਕੇ ਰਵਾਂਗੇ ਜਿਸ ਮਰਜ਼ੀ ਹੱਦ ਤੱਕ ਲੜਨਾ ਪਵੇ। ਠੀਕ ਹੈ ਵਿਰਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪ੍ਰਦੀਪ ਵਿਰਕ ਉਹ ਐਡਵੋਕੇਟ ਨੇ ਜੋ ਕਾਫੀ ਗਰਾਊਂਡ ਲੈਵਲ ਤੇ ਕਾਫੀ ਹੇਠਲੇ ਲੈਵਲ ਤੇ ਇਹਨਾਂ ਕੇਸਾਂ ਨੂੰ ਜਾਣਦੇ ਨੇ। ਇਹਨਾਂ ਕੇਸਾਂ ਦੇ ਵਿੱਚ ਕੀ ਕੁਝ ਨਵਾਂ ਹੈ ਜਾਂ ਕੀ ਕੁਝ ਪੁਰਾਣਾ ਹੈ ਜਾਂ ਕਿਹੜੇ ਕਿਹੜੇ ਡਿਫੈਂਡ ਨੇ ਜਿਨ੍ਹਾਂ ਨੂੰ ਬਚਾਇਆ ਗਿਆ, ਉਹ ਸਾਰਾ ਕੁਝ ਉਹਨਾਂ ਨੇ ਤਰਤੀਬਵਾਰ ਦੱਸਿਆ। ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ, ਜਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੀ ਮਜਬੂਰੀ ਬਣ ਚੁੱਕੀ ਹੈ, ਜਿਸ ਤਰ੍ਹਾਂ ਪਿਛਲੀ ਪਾਰਟੀਆਂ ਦੇ ਉੱਤੇ
ਜਿਹੜੇ ਦੋਸ਼ ਲੱਗਦੇ ਸਨ। ਇਸ ਬਾਬਤ ਤੁਹਾਡੀ ਕੀ ਰਾਏ ਹੈ? ਤੁਸੀਂ ਇਸ ਮੈਟਰ ਨੂੰ ਕਿਵੇਂ ਵੇਖਦੇ ਹੋ? ਪ੍ਰਦੀਪ ਵਿਰਕ ਜੀ ਵੱਲੋਂ ਜੋ ਕੁਝ ਕਿਹਾ ਗਿਆ ਉਸ ਨੂੰ ਕਿਸ ਲਹਿਜੇ ਨਾਲ ਤੁਸੀਂ ਵੇਖਣਾ ਚਾਹੁੰਦੇ ਹੋ, ਜਾਂ ਉਹਨਾਂ ਦੇ ਜੋ ਬੋਲ ਨੇ, ਜੋ ਉਹਨਾਂ ਦੀ ਸਟੇਟਮੈਂਟ ਹੈ ਉਹ ਬਿਲਕੁਲ ਕਰੈਕਟ ਹੈ? ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।